ਕਿਸ਼ਤ 131ਵੀਂ। ਜੁਝਾਰ ਸਿੰਘ ਦੇ ਪਰਿਵਾਰ ਦੀ ਹਾਲਤ ਵਾਲੀ ਕਹਾਣੀ ਨੇ ਮੇਰੇ ਮਨ 'ਤੇ ਬੜਾ ਬੁਰਾ ਅਸਰ ਪਾਇਆ ਸੀ। ਕਈ ਵਾਰ ਮੈਨੂੰ ਖੁਦ ਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਮੈਂ ਵੀ ਇਸ ਤਰ੍ਹਾਂ ਦੀ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹਾਂ। ਸ਼ਾਇਦ ਸਾਡੇ ਘਰਦਿਆਂ ਨੇ ਵੀ ਮੇਰੇ ਸੁਭਾਅ ਵਿੱਚ ਆ ਰਹੀ ਇਹ ਤਬਦੀਲੀ ਮਹਿਸੂਸ ਕਰ ਲਈ ਸੀ। ਮੈਨੂੰ ਮੇਰੀਆਂ ਮਾਸੂਮ ਬੱਚੀਆਂ ਦੀਆਂ ਗੱਲਾਂ ਤੋਂ ਮਹਿਸੂਸ ਹੁੰਦਾ ਰਹਿੰਦਾ ਸੀ ਕਿ ਮੇਰੇ ਘਰ ਦੇ ਸਾਰੇ ਜੀਅ ਮੇਰੀ ਗੈਰ ਹਾਜ਼ਰੀ ਵਿੱਚ ਮੇਰੇ ਬਾਰੇ ਚਿੰਤਤ ਹੁੰਦੇ ਰਹਿੰਦੇ ਨੇ, ਪਰ ਮੇਰੀ ਹਾਜ਼ਰੀ ਵਿੱਚ ਮੇਰਾ ਮਨ ਪਰਚਾਉਣ ਅਤੇ ਠੁੰਮਣਾ ਦੇਣ ਲਈ ਦਿਲ ਭਰਮਾਊ ਗੱਲਾਂ ਕਰਨ ਲੱਗ ਪੈਂਦੇ ਨੇ। ਕਈ ਵਾਰ ਉਹ ਮੈਨੂੰ ਹਸਾਉਣ ਲਈ ਹਾਸੇ ਵਾਲੀਆਂ ਪੁਰਾਣੀਆਂ ਗੱਲਾਂ ਛੇੜ ਲੈਂਦੇ ਤਾਂ ਕਿ ਮੇਰਾ ਮਨ ਕਿਸੇ ਹੋਰ ਪਾਸੇ ਪੈ ਸਕੇ। ਸੱਚੀ ਗੱਲ ਇਹ ਸੀ ਕਿ ਹਾਸੇ ਵਾਲੀ ਗੱਲ ਸੁਣ ਕੇ ਮੇਰਾ ਹੱਸਣ ਨੂੰ ਜੀ ਨਹੀਂ ਸੀ ਕਰਦਾ, ਸਗੋਂ ਗੱਲ ਸੁਣਾਉਣ ਅਤੇ ਉਸ ਗੱਲ 'ਤੇ ਦੰਦੀਆਂ ਕੱਢਣ ਵਾਲੇ 'ਤੇ ਗੁੱਸਾ ਆਉਣ ਲੱਗ ਪੈਂਦਾ ਸੀ। ਮੈਨੂੰ ਲੱਗਣ ਲੱਗਦਾ ਜਿਵੇਂ ਇਹ ਕਿਸੇ ਹੋਰ ਬੰਦੇ ਦੀ ਗੱਲ ਕਰਕੇ ਹੱਸੀ ਜਾ ਰਹੇ ਹਨ ਅਤੇ ਉਸੇ ਤਰ੍ਹਾਂ ਹੀ ਲੋਕ ਮੇਰੀਆਂ ਗੱਲਾਂ ਕਰ ਕਰਕੇ ਹੱਸਦੇ ਅਤੇ ਸਵਾਦ ਲੈਂਦੇ ਹੋਣਗੇ। ਬੇਸ਼ੱਕ ਇਹ ਮੇਰਾ ਮਨੋਵਹਿਮ ਸੀ, ਪਰ ਮੈਂ ਸੋਚਦਾ ਜੇ ਮੇਰਾ ਵੱਸ ਚੱਲੇ ਤਾਂ ਮੈਂ ਹੱਸਣ 'ਤੇ ਪੂਰਨ ਪਾਬੰਦੀ ਲਗਾ ਦੇਵਾਂ। ਗੱਲੀਂ ਬਾਤੀਂ ਵੀ ਮੈਨੂੰ ਮਹਿਸੂਸ ਹੁੰਦਾ ਸੀ ਕਿ ਮੇਰੇ ਘਰ ਵਾਲੇ ਮੇਰੀ ਇਸ ਅਜੀਬ ਜਿਹੀ ਮਾਨਸਿਕ ਹਾਲਤ ਕਾਰਨ ਅੰਦਰੋਂ ਅੰਦਰੀ ਬਹੁਤ ਚਿੰਤਤ ਸਨ। ਮੇਰਾ ਖਿਆਲ ਸੀ ਕਿ ਮੇਰੇ ਆਤਮ ਹੱਤਿਆ ਬਾਰੇ ਲਿਖੇ ਨੋਟ ਬਾਰੇ ਨਵਜੀਤ ਨੇ ਮੇਰੇ ਘਰ ਵਾਲਿਆਂ ਨੂੰ ਕੋਈ ਸੂਹ ਦੇ ਦਿੱਤੀ ਸੀ, ਜਾਂ ਫਿਰ ਇਹਨਾਂ ਨੇ ਮੇਰੇ ਵਿਵਹਾਰ ਨੂੰ ਹੀ ਭਾਂਪ ਕੇ ਕੋਈ ਅੰਦਾਜ਼ਾ ਲਾਇਆ ਹੋਇਆ ਸੀ। ਇੱਕ ਦਿਨ ਛੁੱਟੀ ਵਾਲੇ ਦਿਨ ਮੈਂ 10-11 ਵਜੇ ਤੱਕ ਉੱਠਿਆ ਹੀ ਨਾ। ਬਿਮਾਰਾਂ ਵਾਂਗ ਮੰਜੇ ਉੱਤੇ ਲੇਟਿਆ ਹੋਇਆ ਸਾਂ। ਯਾਦਵਿੰਦਰ ਘਰ ਆ ਗਿਆ ਅਤੇ ਮੈਨੂੰ ਉਠਾ ਕੇ ਉੱਧਰਲੇ ਘਰ ਵੱਲ ਲੈ ਗਿਆ। ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਹੋਏ ਉੱਥੇ ਪਹੁੰਚ ਗਏ। ਗੱਲਾਂ ਗੱਲਾਂ ਵਿੱਚ ਉਸ ਨੇ ਮੈਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਤੈਨੂੰ ਇੱਕ ਗੱਲ ਦਾ ਪਤਾ ਕਿ ਦੁਆਪਰ ਯੁੱਗ ਵਿੱਚ ਤੇਰੇ ਨਾਂ ਦਾ ਇੱਕ ਭਗਵਾਨ ਵੀ ਹੋਇਆ, ਜੋ ਕੌਰਵਾਂ ਕੋਲੋਂ ਪਾਂਡਵਾਂ ਦੇ ਹੱਕ ਮੰਗਣ ਲਈ ਉਹਨਾਂ ਦੇ ਨਾਲ ਗਿਆ ਸੀ। ਮੇਰੀ ਹਾਂ ਸੁਣ ਕੇ ਉਹ ਛਿੜ ਪਿਆ ਸੀ। ਉਹ ਵੀ ਹਰ ਹਾਲਤ ਵਿੱਚ ਸ਼ਾਂਤੀ ਬਣਾਈ ਰੱਖਣਾ ਚਾਹੁੰਦਾ ਸੀ। ਇਸ ਲਈ ਉਸਨੇ ਦੁਰਯੋਧਨ ਨੂੰ ਆਖ ਦਿੱਤਾ ਸੀ ਕਿ ਤੁਸੀਂ ਪੂਰਾ ਰਾਜ ਨਹੀਂ ਦੇਣਾ ਤਾਂ ਘੱਟੋ ਘੱਟ 5 ਪੈਂਡੀ ਦੇ ਦਿਓ। ਪਰ ਹੰਕਾਰੀ ਦੁਰਯੋਧਨ ਉਸ ਨੂੰ ਸੂਈ ਦੀ ਨੋਕ ਜਿੰਨੀ ਥਾਂ ਦੇਣ ਲਈ ਵੀ ਤਿਆਰ ਨਹੀਂ ਹੋਇਆ, ਤਾਂ ਮਜਬੂਰਨ ਉਸ ਨੂੰ ਆਪਣਾ ਵਿਰਾਟ ਰੂਪ ਵਿਖਾਉਣਾ ਪਿਆ ਸੀ। ਉਸ ਨੂੰ ਕਹਿਣਾ ਪਿਆ ਸੀ ਕਿ ਹੁਣ ਸੂਈ ਦੀ ਨੋਕ ਜਿੰਨੀ ਜਗ੍ਹਾ ਬਿਲਕੁਲ ਵੀ ਨਹੀਂ ਲੈਣਗੇ, ਸਗੋਂ ਉਹ ਪੂਰਾ ਰਾਜ ਹੀ ਲੈਣਗੇ, ਕਿਉਂਕਿ ਦੁਰਯੋਧਨ ਨੇ ਆਪਣੇ ਸਾਰੇ ਰਸਤੇ ਬੰਦ ਕਰ ਲਏ ਸਨ। ਮੈਂ ਉਸ ਨੂੰ ਮਜ਼ਾਕ ਨਾਲ ਆਖਿਆ, ਪਰ ਤੂੰ ਮੈਨੂੰ ਮਹਾਭਾਰਤ ਕਿਉਂ ਸੁਣਾਉਣ ਲੱਗ ਪਿਆ? ਕਿਸ਼ਤ 132ਵੀਂ। ਉਹ ਬੋਲਿਆ, ਯਾਰ ਮੈਨੂੰ ਲੱਗਦਾ ਤੇਰਾ ਕੇਸ ਬੜੀ ਗੰਭੀਰਤਾ ਨਾਲ ਲੜਿਆ ਜਾਣਾ ਚਾਹੀਦਾ, ਇਸ ਲਈ ਤੂੰ ਕੇਸ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਛੱਡ ਦੇ ਅਤੇ ਤੇਰਾ ਕੇਸ ਮੈਂ ਲੜਾਂਗਾ ਅਤੇ ਸ਼ਰਤੀਆ ਜਿੱਤ ਕੇ ਵੀ ਵਿਖਾਵਾਂਗਾ। ਉਹ ਕਿਵੇਂ? ਮੈਂ ਹੈਰਾਨੀ ਨਾਲ ਪੁੱਛਿਆ। ਉਸ ਨੇ ਸ਼ਰਤ ਰੱਖੀ। ਬਸ ਸ਼ਰਤ ਇਹ ਆ ਕਿ ਮੈਂ ਜਿਵੇਂ ਆਖਾਂ ਤੂੰ ਉਵੇਂ ਕਰੀ ਚੱਲ। ਚੱਲ ਮੈਂ ਉਵੇਂ ਵੀ ਕਰ ਲਵਾਂਗਾ, ਪਰ ਜੇ ਫੇਰ ਵੀ ਕੁਝ ਨਾ ਪੱਲੇ ਪਿਆ ਤਾਂ? ਮੈਂ ਸ਼ੰਕਾ ਜ਼ਾਹਰ ਕੀਤੀ। ਅਸਲ ਵਿੱਚ ਮੈਂ ਕਹਿਣਾ ਚਾਹੁੰਦਾ ਸਾਂ ਕਿ ਇਸ ਗੱਲ ਦਾ ਜ਼ਿੰਮੇਵਾਰ ਕੌਣ ਹੋਵੇਗਾ। ਉਸ ਨੇ ਗੰਭੀਰਤਾ ਨਾਲ ਉੱਤਰ ਦਿੱਤਾ, ਜੇ ਕੁਝ ਪੱਲੇ ਨਾ ਪਿਆ ਤਾਂ ਤੂੰ ਮੇਰਾ ਨਾਂ ਵਟਾ ਦੇਵੀਂ। ਸਿਆਣੇ ਕਹਿੰਦੇ ਆ ਨਾ ਕਿ ਜੇ ਬੰਦੇ ਕੋਲ 20 ਸਾਲ ਦੀ ਉਮਰ ਤੱਕ ਜ਼ੋਰ, 30 ਤੱਕ ਅਕਲ ਅਤੇ 40 ਤੱਕ ਪੈਸਾ ਆ ਜਾਵੇ ਤਾਂ ਆ ਜਾਵੇ, ਨਹੀਂ ਤਾਂ ਸਾਰੀ ਉਮਰ ਨਹੀਂ ਆਉਂਦਾ। ਤੇਰੇ ਵਿਰੋਧੀ ਤਾਂ 30 ਤੋਂ ਵੀ ਗਾਂਹ 40 ਤੋਂ ਟੱਪੇ ਹੋਏ ਨੇ। ਇਹਨਾਂ ਨੂੰ ਅਜੇ ਤੱਕ ਅਕਲ ਨਹੀਂ ਆਈ। ਇਹਨਾਂ ਨੂੰ ਅਕਲ ਲਿਆਉਣੀ ਪੈਣੀ ਆ।
ਜਿੱਤ ਤੇਰੀ ਹੀ ਹੋਵੇਗੀ, ਭਾਵੇਂ ਮੈਥੋਂ ਲਿਖਵਾ ਲੈ। ਯਾਦਵਿੰਦਰ ਦੇ ਗੱਲ ਕਰਨ ਦੇ ਢੰਗ ਨਾਲ ਮੈਨੂੰ ਰਤਾ ਕੁ ਹੌਸਲਾ ਮਿਲਿਆ ਤੇ ਮੈਂ ਆਖਿਆ, ਚੱਲ ਦੱਸ, ਤੇਰੇ ਅਨੁਸਾਰ ਹੀ ਸਹੀ, ਮੈਂ ਕਿੱਥੋਂ ਕੀ ਕਰਨਾ ਸ਼ੁਰੂ ਕਰਾਂ। ਤੂੰ ਪਹਿਲਾਂ ਤਾਂ ਆਪਣੇ ਵਾਲ ਕਟਵਾ ਕੇ ਆ, ਤੇਰੀ ਦਿੱਖ ਤਾਂ ਪੜ੍ਹੇ ਲਿਖੇ ਬੰਦਿਆਂ ਵਾਲੀ ਲੱਗੇ। ਦੂਜਾ, ਆਪਦਾ ਬਾਬੇ ਆਦਮ ਵੇਲੇ ਵਾਲਾ ਮੋਬਾਈਲ ਬਦਲ ਦੇ। ਤੈਨੂੰ ਉਹਨਾਂ ਦੀ ਕਿਤੇ ਵੀ ਕੋਈ ਵੀ ਗਲਤੀ ਲੱਭਦੀ ਹੋਵੇ, ਤੂੰ ਮੂਵੀ ਬਣਾਉਣੀ ਹੀ ਬਣਾਉਣੀ ਆ। ਤੇ ਤੀਜਾ, ਤੇਰਾ ਚਿਹਰਾ ਸਦਾ ਖਿੜਿਆ ਹੋਇਆ ਨਜ਼ਰ ਆਉਣਾ ਚਾਹੀਦਾ। ਦੂਜੀ ਧਿਰ ਨੂੰ ਕਦੇ ਵੀ ਇਹ ਨਹੀਂ ਲੱਗਣਾ ਚਾਹੀਦਾ ਕਿ ਉਹਨਾਂ ਨੇ ਆਪਣੀ ਚਾਲ ਨਾਲ ਤੈਨੂੰ ਦੁੱਖ ਤੇ ਫਿਕਰ ਵਿੱਚ ਪਾ ਦਿੱਤਾ। ਤੂੰ ਉਹਨਾਂ ਨੂੰ ਇਹ ਹੀ ਵਿਖਾਉਣਾ ਕਿ ਤੁਸੀਂ ਜੋ ਕੁਝ ਕਰਨਾ ਕਰੀ ਚੱਲੋ। ਮੈਂ ਤੁਹਾਡੀਆਂ ਇਹੋ ਜਿਹੀਆਂ ਗਿੱਦੜ ਭਵਕੀਆਂ ਦੀ ਪਰਵਾਹ ਨਹੀਂ ਕਰਦਾ। ਉਸ ਦੀਆਂ ਗੱਲਾਂ ਸੁਣ ਕੇ ਮੈਂ ਹਾਂ ਵਿੱਚ ਸਿਰ ਮਾਰੀ ਜਾ ਰਿਹਾ ਸਾਂ। ਉਹ ਲਗਾਤਾਰ ਬੋਲੀ ਜਾ ਰਿਹਾ ਸੀ, ਇਹ ਦੁਨੀਆ ਨਾ ਛਿੱਤਰ ਦੀ ਯਾਰ ਆ। ਪਿਆਰ ਦੇ ਅਰਥਾਂ ਨੂੰ ਇੱਥੇ ਕੋਈ ਨਹੀਂ ਸਮਝਦਾ। ਜੇ ਇਵੇਂ ਹੀ ਤੂੰ ਨਰਮਾਈ ਨਾਲ ਪੇਸ਼ ਆਉਂਦਾ ਰਿਹਾ ਤਾਂ ਤੇਰੇ ਵਰਗੇ ਨਰਮ ਬੰਦੇ ਨੂੰ ਤਾਂ ਇੱਥੇ ਕਿਸੇ ਨੇ ਜਿਉਣ ਵੀ ਨਹੀਂ ਦੇਣਾ। ਉਹਨਾਂ ਨੇ ਤੇਰੇ 'ਤੇ ਆਪਣੇ ਸਾਰੇ ਤੀਰ ਚਲਾ ਦਿੱਤੇ ਨੇ। ਹੁਣ ਉਹ ਤੇਰੇ ਲਈ ਕੁਝ ਵੀ ਨਹੀਂ ਲੱਗਦੇ। ਜੇ ਤੂੰ ਉਹਨਾਂ ਦੇ ਪਰਿਵਾਰਾਂ ਦੀ ਪਰਵਾਹ ਕਰਕੇ ਅੱਧੇ ਮਨ ਨਾਲ ਲੜਾਈ ਲੜੇਗਾ ਤਾਂ ਤੂੰ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕੇਗਾ। ਉਹਨਾਂ ਨੇ ਤੇਰੀ ਹਾਲਤ ਪਾਗਲਾਂ ਵਰਗੀ ਕਰ ਛੱਡੀ ਆ ਤੇ ਤੂੰ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਕਮਜ਼ੋਰ ਸਾਬਤ ਕਰ ਰਿਹਾ। ਮੈਂ ਬੇਦਿਲੀ ਜਿਹੀ ਨਾਲ ਆਖਿਆ, ਨਹੀਂ ਯਾਰ, ਅਜਿਹੀ ਤਾਂ ਕੋਈ ਗੱਲ ਨਹੀਂ, ਕਮਜ਼ੋਰੀ ਆਪਾਂ ਕਾਹਤੋਂ ਵਿਖਾਉਣੀ ਆ। ਕਿਸ਼ਤ 133ਵੀਂ। ਉਸ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਹਿਣਾ ਸ਼ੁਰੂ ਕੀਤਾ, ਹੋਰ ਸੁਣ, ਉਹਨਾਂ ਨੂੰ ਤੇਰੇ 'ਤੇ ਹਾਵੀ ਹੋਣ ਦਾ ਮੌਕਾ ਮਿਲ ਰਿਹਾ। ਜੇ ਤੇਰਾ ਵਤੀਰਾ ਇਹੀ ਰਿਹਾ ਤਾਂ ਇੱਕ ਦਿਨ ਤੇਰੇ ਤੋਂ ਉਹਨਾਂ ਦਾ ਅਗਲਾ ਮਾਮੂਲੀ ਜਿਹਾ ਵਾਰ ਵੀ ਨਹੀਂ ਚੱਲਿਆ ਜਾਣਾ ਤੇ ਉਹਨਾਂ ਨੇ ਤੈਨੂੰ ਇੱਕੋ ਝਟਕੇ ਨਾਲ ਮੂਲੋਂ ਹੀ ਖਤਮ ਕਰਕੇ ਰੱਖ ਦੇਣਾ ਹੈ। ਜੇ ਇਸ ਦੁਨੀਆ ਵਿੱਚ ਜਿਉਣਾ ਤਾਂ ਤੈਨੂੰ ਆਪਣੇ ਦੁਸ਼ਮਣ ਨੂੰ ਕਦੇ ਵੀ ਚੈਨ ਨਾਲ ਨਹੀਂ ਸੌਣ ਦੇਣਾ ਚਾਹੀਦਾ ਤੇ ਉਸ ਲਈ ਕੋਈ ਨਾ ਕੋਈ ਸਮੱਸਿਆ ਖੜੀ ਕਰੀ ਰੱਖ। ਮੈਂ ਉਸ ਨੂੰ ਟੋਕਿਆ, ਯਾਰ, ਇੰਜ ਤਾਂ ਇਹ ਝਗੜਾ ਕਦੇ ਵੀ ਖਤਮ ਨਹੀਂ ਹੋਣਾ, ਲੜਾਈ ਤਾਂ ਫਿਰ ਵਧੀ ਹੀ ਜਾਵੇਗੀ। ਮੇਰੀ ਗੱਲ ਨੂੰ ਵਿਚਾਲੇ ਰੋਕਦਾ ਹੋਇਆ ਉਹ ਜ਼ਰਾ ਤੈਸ਼ ਵਿੱਚ ਆ ਗਿਆ ਸੀ ਤੇ ਬੋਲਿਆ, ਇਹ ਨਾ ਸਮਝੀ ਕਿ ਮੈਂ ਤੈਨੂੰ ਕਿਸੇ ਨਾਲ ਲੜਨ ਨੂੰ ਆਖ ਰਿਹਾ। ਇੱਕ ਗੱਲ ਦੱਸ, ਤੂੰ ਅਗਲੇ ਦੇ ਘਰ ਤਾਂ ਨਹੀਂ ਸੀ ਗਿਆ ਕਿ ਆਓ ਮੇਰੇ ਨਾਲ ਲੜੋ, ਮੇਰੇ 'ਤੇ ਕੇਸ ਦਰਜ ਕਰਵਾਓ। ਉਹਨਾਂ ਨੇ ਕੀਤਾ ਨਾ ਸਭ ਕੁਛ। ਜੇ ਉਹ ਲੜਾਈ ਮੁਕਾਉਣੀ ਚਾਹੁੰਦੇ ਹੁੰਦੇ ਤਾਂ ਉਹਨਾਂ ਨੂੰ ਨਗਰ ਨਿਗਮ ਵਾਲਿਆਂ ਨੇ ਆਖ ਦਿੱਤਾ ਸੀ ਤੇ ਪਿੱਛੋਂ ਮੈਡੀਏਸ਼ਨ ਵਿਭਾਗ ਨੇ ਵੀ ਕਹਿ ਦਿੱਤਾ ਸੀ ਕਿ ਤੁਹਾਡੇ ਪੱਲੇ ਕੱਖ ਵੀ ਨਹੀਂ ਹੈਗਾ। ਤਾਂ ਉਸ ਵੇਲੇ ਹੀ ਉਹਨਾਂ ਨੂੰ ਆਪਣੀ ਗਲਤੀ ਮੰਨ ਕੇ ਝਗੜਾ ਖਤਮ ਕਰ ਦੇਣਾ ਬਣਦਾ ਸੀ। ਹੁਣ ਤੂੰ ਹੀ ਦੱਸ, ਉਹਨਾਂ ਨੇ ਅਜਿਹਾ ਕੀਤਾ? ਨਹੀਂ ਨਾ। ਇੱਧਰ ਇੱਕ ਤੂੰ ਸੀ ਜਿਸ ਨੇ ਮਲਕੀਤ ਨੂੰ ਸੱਦ ਕੇ ਮਿੰਨਤ ਤਰਲਾ ਕਰਕੇ ਵੀ ਵੇਖ ਲਿਆ, ਪਰ ਉਹਨਾਂ ਦਾ ਹੰਕਾਰ ਉਹਨਾਂ ਨੂੰ ਸਮਝੌਤਾ ਕਰਨ ਨਹੀਂ ਦੇ ਰਿਹਾ। ਜਦੋਂ ਤੇਰੇ ਨਾਲ ਲੜਾਈ ਵਧਾ ਕੇ ਰਾਜੀ ਨੇ ਤਾਂ ਤੈਨੂੰ ਵੀ ਇੱਟ ਦਾ ਜਵਾਬ ਪੱਥਰ ਨਾਲ ਹੀ ਦੇਣਾ ਪਵੇਗਾ। ਆ ਗਰਨੇਕਾ ਹੈ ਨਾ, ਬੁੱਢਾ ਘੋੜਾ ਦਿਲ ਦਾ ਮਰੀਜ਼, ਆਪਣੇ ਇੱਕ ਲੱਥੇ ਦੀ ਮਾਰ ਨਹੀਂ, ਪਰ ਤੈਨੂੰ ਦੇਈ ਜਾਂਦਾ ਨਾ ਟੈਨਸ਼ਨ ਤੇ ਟੈਨਸ਼ਨ। ਉਸ ਦੀ ਗੱਲ ਸੁਣਦੇ ਸਾਰ ਗੁੱਸੇ ਵਿੱਚ ਮੇਰੇ ਖੱਬੇ ਹੱਥ ਦੀ ਮੁੱਠੀ ਮੀਚੀ ਗਈ ਸੀ। ਮੇਰੀ ਇਸ ਹਰਕਤ ਨੂੰ ਵੇਖ ਕੇ ਜਿਵੇਂ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਉਸ ਦੀਆਂ ਗੱਲਾਂ ਦਾ ਮੇਰੇ 'ਤੇ ਅਸਰ ਹੋਣ ਲੱਗ ਪਿਆ ਹੈ, ਤਾਂ ਉਹ ਹੋਰ ਜੋਸ਼ ਵਿੱਚ ਆ ਕੇ ਬੋਲਣ ਲੱਗ ਪਿਆ, ਹੁਣ ਮੇਰੀ ਰਾਏ ਮੁਤਾਬਕ ਚੱਲ, ਆਪਾਂ ਇਹਨਾਂ ਨੂੰ ਵੀ ਰਾਤ ਨੂੰ ਸੌਣ ਨਹੀਂ ਦੇਣਾ। ਆਹ ਗਰਨੇਕੇ ਦੀ ਦਵਾਈਆਂ ਦੀ ਖੁਰਾਕ ਦੁੱਗਣੀ ਨਾ ਹੋ ਗਈ ਤਾਂ ਮੈਨੂੰ ਫੜ ਲਵੀਂ। ਤੇ ਆਹ ਪੁਲਸੀਏ ਆ ਜਿਹੜੇ ਆਫਰੇ ਫਿਰਦੇ ਆ ਨਾ, ਇਹ ਤਾਂ ਜਿਹੜੇ ਨਿੱਤ ਦੇ ਤਾਂ ਕੀ ਹਰ ਪਲ ਦੇ ਚੋਰ ਹੁੰਦੇ ਆ। ਬਸ ਤੂੰ ਇਹਨਾਂ ਦੀ ਚੋਰੀ ਨੂੰ ਰੰਗੇ ਹੱਥੀਂ ਫੜਨਾ। ਤੂੰ ਇਹਨਾਂ ਦੇ ਕਾਲੇ ਕਾਰਨਾਮਿਆਂ ਨੂੰ ਅਕਲੋਂ ਅੰਨੇ ਅਫਸਰਾਂ ਦੇ ਅੱਗੇ ਸਬੂਤਾਂ ਨਾਲ ਪੇਸ਼ ਕਰਨਾ। ਬਸ ਵਧੀਆ ਜਿਹਾ ਮੋਬਾਈਲ ਲੈ ਲੈ
ਤੇ ਇਹਨਾਂ ਦੀ ਜਸੂਸੀ ਸ਼ੁਰੂ ਕਰ ਦੇ। ਮੈਂ ਉਸ ਨੂੰ ਟੋਕਦੇ ਹੋਏ ਕਿਹਾ, ਯਾਰ ਮੈਨੂੰ ਨਹੀਂ ਲੱਗਦਾ ਕਿ ਆਪਣੇ ਹੱਥ ਪੱਲੇ ਕੁਝ ਵੀ ਪਵੇਗਾ। ਕੋਈ ਹੋਰ ਹੀ ਮੁਸੀਬਤ ਨਾ ਖੜੀ ਕਰ ਲਈਏ ਆਪਾਂ। ਉਹ ਬੋਲਿਆ, ਯਾਰ ਮੁਸੀਬਤਾਂ ਵੀ ਤਾਂ ਉਸ ਬੰਦੇ 'ਤੇ ਹੀ ਆਉਂਦੀਆਂ ਹੁੰਦੀਆਂ ਜਿਹੜਾ ਇਹਨਾਂ ਦਾ ਟਾਕਰਾ ਕਰਕੇ ਨਾਇਕ ਬਣਨ ਦੀ ਸਮਰੱਥਾ ਰੱਖਦਾ ਹੋਵੇ। ਨਾਲੇ ਹੋਰ ਸੁਣ, ਦੁਨੀਆ ਦਾ ਅਜਿਹਾ ਕੋਈ ਵੀ ਨਾਇਕ ਨਹੀਂ ਹੋਇਆ ਜਿਹੜਾ ਖਲਨਾਇਕਾਂ ਦੁਆਰਾ ਪੈਦਾ ਕੀਤੀਆਂ ਹੋਈਆਂ ਮੁਸ਼ਕਲ ਪਰਿਸਥਿਤੀਆਂ ਵਿੱਚ ਦੀ ਨਾ ਲੰਘਿਆ ਹੋਵੇ। ਯਾਦਵਿੰਦਰ ਨੇ ਪੂਰੀ ਮੁਸਤੈਦੀ ਨਾਲ ਆਖਿਆ ਸੀ। ਕਿਸ਼ਤ 134ਵੀਂ। ਬੇਸ਼ੱਕ ਉਸ ਦੀਆਂ ਗੱਲਾਂ ਮੈਨੂੰ ਮਨੋਂ ਚੰਗੀਆਂ ਲੱਗ ਰਹੀਆਂ ਸਨ, ਪਰ ਮੈਂ ਉਸ ਨੂੰ ਟੋਕ ਦਿੱਤਾ, ਛੱਡ ਯਾਰ, ਅਗਲਿਆਂ ਨੇ ਮੇਰੇ 'ਤੇ ਮੁਕੱਦਮਾ ਠੋਕਿਆ ਹੋਇਆ ਹੈ ਤੇ ਤੂੰ ਮੈਨੂੰ ਨਾਇਕ ਬਣਾਈ ਜਾਂਦਾ। ਵਾਹ ਬਈ ਵਾਹ। ਉਹ ਨਾਇਕ ਵੀ ਆਮ ਬੰਦਿਆਂ ਵਾਂਗ ਹੀ ਜੰਮੇ ਹੁੰਦੇ ਆ, ਉਹ ਕਿਹੜਾ ਆਕਾਸ਼ੋਂ ਉਤਰੇ ਹੁੰਦੇ ਨੇ। ਮੁਕੱਦਮਿਆਂ ਦਾ ਕੀ ਆ, ਇਹ ਤਾਂ ਆਮ ਵਰਤਾਰਾ। ਯਾਦਵਿੰਦਰ ਨੇ ਮੇਰੇ ਮੋਢੇ ਉੱਤੇ ਹੱਥ ਰੱਖਦੇ ਹੋਏ ਆਖਿਆ ਸੀ। ਇਸ ਤੋਂ ਬਾਅਦ ਵੀ ਅਸੀਂ ਕਾਫੀ ਦੇਰ ਇਸ ਸੰਬੰਧੀ ਚਰਚਾ ਕਰਦੇ ਰਹੇ। ਯਾਦਵਿੰਦਰ ਦੀਆਂ ਗੱਲਾਂ ਸੁਣ ਕੇ ਜਿਵੇਂ ਮੇਰੇ ਅੰਦਰ ਇੱਕ ਨਵੀਂ ਤਾਕਤ ਅਤੇ ਜੋਸ਼ ਭਰ ਗਿਆ ਸੀ। ਇਹ ਗੱਲਾਂ ਮਹਾਭਾਰਤ ਵਿਚਲੇ ਗੀਤਾ ਸਾਰ ਵਰਗੀਆਂ ਹੀ ਸਨ। ਇੱਕ ਵਾਰ ਪਹਿਲਾਂ ਵੀ ਮੈਂ ਆਪਣੇ ਵਕੀਲ ਕੋਲੋਂ ਅਜਿਹਾ ਗੀਤਾ ਸਾਰ ਸੁਣ ਚੁੱਕਾ ਸਾਂ ਅਤੇ ਉਸ ਦਿਨ ਇਸ ਗੀਤਾ ਉਪਦੇਸ਼ ਨੂੰ ਦੂਜੀ ਵਾਰ ਸੁਣਿਆ ਤਾਂ ਮੈਨੂੰ ਆਪਣੇ ਸਰੀਰ ਵਿੱਚ ਇੱਕ ਅਜੀਬ ਤੇ ਨਵੀਂ ਕਿਸਮ ਦੀ ਸ਼ਕਤੀ ਮਹਿਸੂਸ ਹੋਣ ਲੱਗ ਪਈ ਸੀ। ਮੈਂ ਮਹਿਸੂਸ ਕੀਤਾ ਕਿ ਮੈਂ ਵੀ ਅਰਜਨ ਵਾਂਗ ਹੀ ਹਥਿਆਰ ਸੁੱਟ ਗਿਆ ਸਾਂ ਤੇ ਯਾਦਵਿੰਦਰ ਮੈਨੂੰ ਕ੍ਰਿਸ਼ਨ ਬਣ ਕੇ ਰਣਭੂਮੀ ਵਿੱਚ ਡਟਣ ਲਈ ਹੌਸਲਾ ਦੇ ਕੇ ਫਿਰ ਤੋਂ ਆਪਣੇ ਹੱਕ ਲਈ ਲੜਨ ਲਈ ਤਿਆਰ ਕਰ ਗਿਆ ਸੀ। ਮੈਂ ਉਸੇ ਤਰ੍ਹਾਂ ਹੀ ਕੀਤਾ। ਪਹਿਲਾਂ ਤਾਂ ਆਪਣਾ ਹੁਲੀਆ ਬਦਲਿਆ, ਫਿਰ ਮੇਰੇ ਵਾਂਗ ਢੀਚਕ ਜਿਹੇ ਬਣ ਚੁੱਕੇ ਮੋਟਰਸਾਈਕਲ ਦੀ ਮੁਰੰਮਤ ਕਰਵਾਈ। ਉਸ ਦੇ ਟਾਇਰ ਟਿਊਬ ਤੱਕ ਵੀ ਬਦਲ ਕੇ ਉਸ ਨੂੰ ਯੰਕੀ ਜਿਹਾ ਬਣਾ ਲਿਆ। ਉਸੇ ਦਿਨ ਹੀ ਇੱਕ ਮਹਿੰਗਾ ਮੋਬਾਈਲ ਵੀ ਲੈ ਲਿਆ। ਦੁਪਹਿਰ ਤੋਂ ਬਾਅਦ ਮੈਂ 3-4 ਨਵੀਆਂ ਜੀਨਾਂ ਤੇ ਟੀ-ਸ਼ਰਟਾਂ ਖਰੀਦਣ ਤੋਂ ਇਲਾਵਾ ਘਰ ਪਾਉਣ ਲਈ 3 ਮਹਿੰਗੇ ਟੌਹਰੀ ਜਿਹੇ ਕੁੜਤੇ ਪਜਾਮੇ ਦਰਜੀ ਨੂੰ ਸਿਉਣੇ ਵੀ ਦੇ ਆਇਆ। ਦਿਨ ਢਲੇ ਮੈਂ ਜਦ ਘਰ ਵਾਪਸ ਆ ਗਿਆ ਤਾਂ ਯਾਦਵਿੰਦਰ ਨੂੰ ਇਹ ਸਭ ਕੁਝ ਵਿਖਾਉਣ ਲਈ ਨਵੇਂ ਮੋਬਾਈਲ ਤੋਂ ਪਹਿਲਾਂ ਫੋਨ ਕਰਕੇ ਘਰ ਸੱਦ ਲਿਆ। ਕਿਣਮਿਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਸੀ। ਜਦ ਯਾਦਵਿੰਦਰ ਨੇ ਇਹਨਾਂ ਸਭ ਚੀਜ਼ਾਂ ਦੀ ਪਾਰਟੀ ਮੰਗੀ ਤਾਂ ਮੈਂ ਨਾ ਕਰ ਸਕਿਆ। ਜਦ ਮੈਂ ਉਸ ਦੀ ਪਸੰਦੀਦਾ ਦਾਰੂ ਦੀ ਬੋਤਲ ਕੱਢ ਕੇ ਮੇਜ਼ ਉੱਤੇ ਰੱਖੀ ਤਾਂ ਆਖਣ ਲੱਗਾ, ਇਹ ਪਾਰਟੀ ਇੱਥੇ ਨਹੀਂ ਕਰਨੀ, ਉਸ ਰਣਭੂਮੀ ਵਿੱਚ ਹੀ ਚੱਲ, ਨਾਲੇ ਸਾਰੇ ਜਵਾਕਾਂ ਨੂੰ ਸੱਦ ਲੈ, ਇਹਨਾਂ ਦੀ ਵੀ ਮਸਤੀ ਕਰਵਾ ਦਿੰਦੇ ਆ। ਸਾਰੀ ਬੱਚਾ ਪਾਰਟੀ ਤੇ ਖਾਣ ਪੀਣ ਦਾ ਸਮਾਨ ਲੈ ਕੇ ਅਸੀਂ ਦੋਵੇਂ ਜਾਣੇ ਉਸ ਘਰ ਚਲੇ ਗਏ। ਉਸ ਘਰ ਵਿੱਚ ਜਾ ਕੇ ਯਾਦਵਿੰਦਰ ਨੇ ਬੱਚਿਆਂ ਨੂੰ ਆਪਣੇ ਕੋਲ ਸੱਦ ਲਿਆ ਤੇ ਆਖਣ ਲੱਗਾ, ਇੱਥੇ ਜਿੰਨਾ ਮਰਜ਼ੀ ਖੇਡ ਲਓ, ਘਰੇ ਅਸੀਂ ਤੁਹਾਨੂੰ ਮਨਾ ਕਰਦੇ ਹੁੰਦੇ ਆ ਕਿ ਰੌਲਾ ਨਹੀਂ ਪਾਉਣਾ। ਹੁਣ ਤੁਹਾਨੂੰ ਪੂਰੀ ਖੁੱਲ੍ਹੀ ਛੁੱਟੀ ਆ, ਜਿੰਨਾ ਮਰਜ਼ੀ ਰੌਲਾ ਪਾ ਲਵੋ। ਉਸ ਦੇ ਇੰਨਾ ਆਖਣ ਦੀ ਦੇਰ ਸੀ ਕਿ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਹੜਦੰਗ ਮਚਾਉਂਦੇ ਹੋਏ ਆਪੋ ਆਪਣੀ ਖੇਡ ਵਿੱਚ ਮਸਤ ਹੋ ਗਏ। ਅਸੀਂ ਆਪਣੀਆਂ ਗਲਾਸੀਆਂ ਟਕਰਾ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਸ਼ਤ 135ਵੀਂ। ਸਾਡੇ ਗੱਲਾਂ ਕਰਦੇ ਕਰਦੇ ਹੀ ਮੇਰੀ ਛੋਟੀ ਬੇਟੀ ਨੰਨੂ ਰੋਂਦੀ ਹੋਈ ਸਾਡੇ ਕੋਲ ਆ ਗਈ। ਉਸ ਨੇ ਦੂਜੇ ਵੱਡੇ ਬੱਚਿਆਂ ਦੀ ਸ਼ਿਕਾਇਤ ਲਾਈ, ਪਾਪਾ ਵੇਖੋ, ਮੈਂ ਘਰ ਬਣਾਉਂਦੀ ਹਾਂ ਤੇ ਇਹ ਸਾਰੇ ਜਾਣੇ ਰਲ ਕੇ ਉਸ ਘਰ ਨੂੰ ਢਾਹ ਜਾਂਦੇ ਆ। ਕੋਈ ਨਹੀਂ ਪੁੱਤ, ਤੂੰ ਆਪਣਾ ਘਰ ਪਰਲੇ ਪਾਸੇ ਜਾ ਕੇ ਬਣਾ ਲੈ। ਮੈਂ ਉਸ ਨੂੰ ਸੁਭਾਵਕ ਹੀ ਆਖ ਦਿੱਤਾ ਸੀ ਤੇ ਉਹ ਚੁੱਪ ਕਰਕੇ ਮੁੜ ਗਈ। ਅਜੇ 5 ਮਿੰਟ ਹੀ ਹੋਏ ਸਨ ਕਿ ਉਹ ਰੋਂਦੀ ਹੋਈ ਦੁਬਾਰਾ ਆ ਗਈ ਤੇ ਫਿਰ ਉਹੀ ਸ਼ਿਕਾਇਤ ਲਾਉਣ ਲੱਗ ਪਈ। ਮੈਂ ਉਸ ਨੂੰ ਆਪਣੇ ਨਾਲ ਲਾਉਂਦਿਆਂ ਵਰਾਉਣ ਦੇ ਢੰਗ ਨਾਲ ਆਖਿਆ,
ਕੋਈ ਨਹੀਂ ਪੁੱਤ, ਤੂੰ ਕਿਸੇ ਹੋਰ ਪਾਸੇ ਜਾ ਕੇ ਖੇਡ ਲੈ। ਇਹ ਸ਼ਬਦ ਅਜੇ ਮੇਰੇ ਮੂੰਹ ਵਿੱਚ ਹੀ ਸਨ ਕਿ ਯਾਦਵਿੰਦਰ ਸਰੂਰ ਵਿੱਚ ਆਇਆ, ਮੈਨੂੰ ਪਿਆਰ ਜਿਹੇ ਨਾਲ ਪੈ ਨਿਕਲਿਆ। ਵੇਖ ਲਿਆ ਤੇਰਾ ਵੀ ਇਨਸਾਫ। ਦੂਜੇ ਉਹਦਾ ਘਰ ਢਾਈ ਜਾਂਦੇ ਆ ਤੇ ਤੂੰ ਆਖੀ ਜਾਂਦਾ ਕਿ ਤੂੰ ਕਿਸੇ ਹੋਰ ਪਾਸੇ ਜਾ ਕੇ ਖੇਡ ਲੈ। ਬੇਇਨਸਾਫੀ ਤਾਂ ਇਹਦੇ ਨਾਲ ਹੋਈ ਆ ਤੇ ਤੂੰ ਜ਼ੋਰਾਵਰਾਂ ਨੂੰ ਝਿੜਕਣ ਦੀ ਬਜਾਏ ਇਸ ਮਜ਼ਲੂਮ ਨੂੰ ਵੀ ਆਖੀ ਜਾਂਦਾ ਕਿ ਕਿਸੇ ਹੋਰ ਪਾਸੇ ਜਾ ਕੇ ਖੇਡ ਲੈ। ਬੱਲੇ ਓ ਤੇਰੇ। ਆਖਦਾ ਹੋਇਆ ਉਹ ਨੰਨੂ ਨੂੰ ਬਾਹੋਂ ਫੜ ਕੇ ਉਸ ਦੇ ਨਾਲ ਟੱਠੇ ਹੋਏ ਘਰ ਕੋਲ ਲੈ ਗਿਆ। ਮੈਨੂੰ ਉਸ ਦੀ ਕੜਕਵੀਂ ਆਵਾਜ਼ ਹੀ ਸੁਣਾਈ ਦਿੱਤੀ ਸੀ, ਓਏ ਗੱਲ ਸੁਣ ਲਓ ਕੰਨ ਖੋਲ ਕੇ, ਨੰਨੂ ਤਾਂ ਇੱਥੇ ਹੀ ਖੇਡੂਗੀ। ਜੇ ਕਿਸੇ ਨੇ ਇਹਦਾ ਘਰ ਢਾਇਆ ਤਾਂ ਵੇਖ ਲਿਓ ਕਿਵੇਂ ਛਿੱਤਰ ਪਰੇਡ ਹੁੰਦੀ ਆ ਤੁਹਾਡੀ। ਸੁਣ ਗਿਆ ਨਾ? ਮੈਨੂੰ ਅੰਦਰ ਬੈਠੇ ਨੂੰ ਭਾਸਿਆ ਕਿ ਉਹ ਛੋਟੇ ਬੱਚਿਆਂ ਨੂੰ ਘੱਟ ਅਤੇ ਗਵਾਂਢੀਆਂ ਨੂੰ ਵੱਧ ਸੁਣਾ ਰਿਹਾ ਹੈ। ਇੰਨਾ ਆਖ ਕੇ ਉਹ ਫਿਰ ਮੇਰੇ ਕੋਲ ਆ ਕੇ ਬੈਠ ਗਿਆ ਤੇ ਆਖਣ ਲੱਗਾ, ਆਪਾਂ ਆਖੀ ਤਾਂ ਜਾਂਦੇ ਆ ਕਿ ਸੱਤਾਧਾਰੀ ਬੰਦੇ ਕਿਸੇ ਦੀ ਸੁਣਦੇ ਨਹੀਂ। ਹੁਣ ਤੂੰ ਹੀ ਦੱਸ, ਤੇਰਾ 2 ਪੈਗ ਪੀ ਕੇ ਬਾਹਰ ਵਿਹੜੇ ਤੱਕ ਜਾਣ ਨੂੰ ਜੀ ਨਹੀਂ ਕੀਤਾ। ਜਿਹੜੇ ਬੰਦੇ ਰਹਿੰਦੇ ਹੀ ਸਦਾ ਨਸ਼ੇ ਵਿੱਚ ਆ, ਉਹਨਾਂ ਦਾ ਉੱਠਣ ਨੂੰ ਕਿੱਥੋਂ ਜੀ ਕਰਦਾ ਹੋਵੇਗਾ। ਆਹੀ ਤਾਂ ਫਰਕ ਹੈ ਸਰਕਾਰਾਂ ਦਾ। ਇੱਕ ਤਾਂ ਨਸ਼ੇ ਵਿੱਚ ਬੈਠੀਆਂ ਹੀ ਆਖਦੀਆਂ ਰਹਿੰਦੀਆਂ ਕਿ ਜਾਓ ਪਰੇ ਹੋ ਕੇ ਖੇਡੋ, ਲੜੋ ਚਾਹੇ ਮਰੋ, ਪਰ ਸਾਨੂੰ ਤੰਗ ਨਾ ਕਰੋ, ਤੇ ਦੂਜੀਆਂ ਝੱਟ ਦੇਣੇ ਉੱਠ ਕੇ ਮਾਸੂਮਾਂ ਦੀ ਮਦਦ ਕਰਨ ਲੱਗ ਪੈਂਦੀਆਂ ਨੇ। ਯਾਰ, ਆਪਣੇ ਦੇਸ਼ ਵਿੱਚ ਇਹੋ ਜਿਹੀਆਂ ਸਰਕਾਰਾਂ ਕਦੋਂ ਬਣਨੀਆਂ ਸ਼ੁਰੂ ਹੋਣਗੀਆਂ? ਉਸ ਵੇਲੇ ਮੈਨੂੰ ਉਸ ਦੇ ਨਾਲ ਬੱਚਿਆਂ ਕੋਲ ਨਾ ਜਾਣ ਦਾ ਅਫਸੋਸ ਵੀ ਹੋਇਆ ਸੀ, ਪਰ ਮੈਂ ਆਪਣੀ ਇਸ ਨਾਕਾਮੀ ਨੂੰ ਛੁਪਾਉਣ ਲਈ ਉਸ ਦੀ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਉਹ ਬੋਲਿਆ, ਆਪਣੇ ਦੇਸ਼ 'ਚ ਅਜਿਹੀਆਂ ਸਰਕਾਰਾਂ ਉਦੋਂ ਤੱਕ ਨਹੀਂ ਆਉਣੀਆਂ ਜਦੋਂ ਤੱਕ ਤੇਰੇ ਵਰਗੇ ਪੜ੍ਹੇ ਲਿਖੇ ਤੇ ਚੇਤਨ ਬੰਦੇ ਆਪਣੇ ਹੱਕਾਂ ਦਾ ਸਹੀ ਇਸਤੇਮਾਲ ਨਹੀਂ ਕਰਨ ਲੱਗਦੇ ਤੇ ਘੇਸਲ ਮਾਰ ਕੇ ਸੁੱਤੀਆਂ ਹੋਈਆਂ ਘੋਗਲ ਕੰਨੀਆਂ ਸਰਕਾਰਾਂ ਨੂੰ ਹੁੱਜਾਂ ਮਾਰ ਕੇ ਜਾਗਣ ਲਈ ਮਜਬੂਰ ਨਹੀਂ ਕਰਨ ਲੱਗ ਪੈਂਦੇ। ਉਹ ਪੈਗ ਲਗਾਉਂਦਾ ਹੋਇਆ ਤਤਾਰੇ ਜਿਹੇ ਵਿੱਚ ਆ ਕੇ ਬੋਲਿਆ ਸੀ। ਅਸੀਂ ਘੰਟੇ ਦੇ ਕਰੀਬ ਉੱਥੇ ਬੈਠੇ ਰਹੇ ਸਾਂ, ਪਰ ਫਿਰ ਨੰਨੂ ਦਾ ਬਣਾਇਆ ਘਰ ਢਾਉਣ ਦਾ ਕਿਸੇ ਵੀ ਬੱਚੇ ਨੇ ਹੀਆ ਨਾ ਕੀਤਾ। ਉਹ ਡਰ ਦੇ ਮਾਰੇ ਉਸ ਵਾਲੇ ਪਾਸੇ ਗਏ ਵੀ ਨਹੀਂ ਸਨ। ਕਿਸ਼ਤ 136ਵੀਂ। ਉਂਝ ਬੱਚਿਆਂ ਦੇ ਸ਼ੋਰ ਸ਼ਰਾਬੇ ਕਾਰਨ ਅੱਜ ਕਈ ਦਿਨਾਂ ਬਾਅਦ ਇਹ ਸੁੰਨਾ ਪਿਆ ਘਰ ਵਸਦੇ ਰਸਦੇ ਘਰਾਂ ਵਿੱਚ ਸ਼ਾਮਲ ਹੋਇਆ ਲੱਗਦਾ ਸੀ। ਕਈ ਦਿਨਾਂ ਬਾਅਦ ਲਾਲ ਪਰੀ ਅੰਦਰ ਲੰਘਣ ਕਾਰਨ ਮੈਂ ਉਸ ਰਾਤ ਨੂੰ ਮਾੜੀ ਜਿਹੀ ਚੈਨ ਦੀ ਨੀਂਦ ਸੌਂ ਸਕਿਆ ਸਾਂ। ਸਵੇਰ ਨੂੰ ਉੱਠਣ ਵੇਲੇ ਮੈਂ ਆਪਣੇ ਆਪ ਨੂੰ ਫੁੱਲ ਵਾਂਗ ਹੌਲਾ ਮਹਿਸੂਸ ਕਰ ਰਿਹਾ ਸਾਂ। ਮੇਰਾ ਦਿਲ ਕੀਤਾ ਕਿ ਮੈਂ ਸੈਰ ਕਰਨ ਲਈ ਜਾਵਾਂ, ਪਰ ਜਦ ਘੜੀ ਵੱਲ ਨਿਗਾਹ ਮਾਰੀ ਤਾਂ ਪਤਾ ਲੱਗਾ ਕਿ ਮੇਰੇ ਕੋਲ ਸੈਰ ਜੋਗਾ ਵਕਤ ਨਹੀਂ ਸੀ। ਨਹਾ ਧੋ ਕੇ ਜਦ ਨਵੇਂ ਕੱਪੜੇ ਪਾ ਕੇ ਸ਼ੀਸ਼ੇ ਅੱਗੇ ਖੜ੍ਹਾ ਹੋਇਆ ਤਾਂ ਮੈਨੂੰ ਆਪਣੇ ਆਪ ਦੀ ਪਹਿਚਾਣ ਹੀ ਨਾ ਆਈ। ਕਈ ਦਿਨਾਂ ਬਾਅਦ ਮੇਰੇ ਨਵੇਂ ਕੱਪੜੇ ਪਾਏ ਹੋਏ ਵੇਖ ਕੇ ਬੱਚੇ ਵੀ ਪੂਰੇ ਖੁਸ਼ ਸਨ। ਉਹ ਆਪਣੀ ਖੁਸ਼ੀ ਮੂੰਹੋਂ ਆਖ ਕੇ ਤਾਂ ਨਹੀਂ ਦੱਸ ਸਕਦੇ ਸਨ, ਪਰ ਉਹਨਾਂ ਦੇ ਸਵੇਰੇ ਹੀ ਨੱਚਣ ਕੁੱਦਣ ਅਤੇ ਹੱਸਦੇ ਸਕੂਲ ਜਾਣ ਲਈ ਤਿਆਰ ਹੋ ਜਾਣ ਦੇ ਕਾਰਨ ਮੈਂ ਉਹਨਾਂ ਦੀ ਅੰਦਰੂਨੀ ਭਾਵਨਾ ਨੂੰ ਬਿਨਾਂ ਬੋਲੇ ਜਾਂ ਸੁਣੇ ਸਮਝ ਰਿਹਾ ਸਾਂ। ਇਹ ਮੈਨੂੰ ਚੰਗਾ ਵੀ ਲੱਗਿਆ ਸੀ। ਸਕੂਲ ਵਿੱਚ ਵੀ ਸਭ ਨੂੰ ਮੇਰੀ ਨਵੀਂ ਦਿੱਖ ਵੇਖ ਕੇ ਹੈਰਾਨੀ ਹੋਈ। ਪਰਮਿੰਦਰ ਖਹਿਰਾ, ਜਿਹੜਾ ਕਿ ਹਰ ਵਕਤ ਮੇਰੇ ਨਾਲ ਹਾਸਾ ਠੱਠਾ ਕਰਦਾ ਰਹਿੰਦਾ ਸੀ, ਮੈਨੂੰ ਵੇਖਦਿਆਂ ਸਾਰ ਬੋਲਿਆ, ਆਹ ਨਵਾਂ ਸੂਟ ਤਾਂ ਪੁਲਿਸ ਵਾਲੇ ਮਾਮਾ ਜੀ ਨੇ ਲੈ ਕੇ ਦਿੱਤਾ ਲੱਗਦਾ। ਨਹੀਂ, ਤੇਰੀ ਜੱਜ ਮਾਸੀ ਨੇ ਭੇਜਿਆ। ਬਈ ਮੇਰੇ ਭਾਣਜੇ ਦਾ ਦੋਸਤ ਬਾਹਲਾ ਹੀ ਦੁਖੀ ਆ, ਸ਼ਾਇਦ ਨਵੇਂ ਸੂਟ ਨਾਲ ਹੀ ਖੁਸ਼ ਹੋ ਜਾਵੇ। ਮੈਂ ਵੀ ਉਸੇ ਅੰਦਾਜ਼ ਨਾਲ ਨਹਿਲੇ ਉੱਤੇ ਦਹਿਲਾ ਮਾਰਿਆ ਸੀ। ਮੈਂ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਮੈਂ ਕਿਸੇ ਨੂੰ ਵੀ ਆਪਣੇ ਮੁਕੱਦਮੇ ਦਾ
ਕੋਈ ਵੀ ਨਕਾਰਾਤਮਕ ਪੱਖ ਨਹੀਂ ਦੱਸਣਾ ਹੈ। ਅਸਲ ਵਿੱਚ ਸਟੇਅ ਤੋਂ ਬਿਨਾਂ ਮੇਰੇ ਵਿਰੁੱਧ ਹੋਰ ਕੁਝ ਹੈ ਵੀ ਨਹੀਂ ਸੀ। ਮੈਂ ਮਹਿਸੂਸ ਕੀਤਾ ਕਿ ਸਿੱਖਿਆ ਵਿਭਾਗ ਦੇ ਲਗਭਗ 99% ਮੁਲਾਜ਼ਮਾਂ ਨੂੰ ਅਦਾਲਤਾਂ ਅਤੇ ਥਾਣਿਆਂ ਦੀ ਅਸਲ ਕਾਰਜ ਪ੍ਰਣਾਲੀ ਬਾਰੇ ਸਿਰਫ ਇੰਨਾ ਕੁ ਹੀ ਗਿਆਨ ਹੁੰਦਾ ਹੈ ਕਿ ਜੇਕਰ ਤੁਹਾਡੀ ਸ਼ਿਕਾਇਤ ਚੌਂਕੀ ਵਿੱਚ ਦਰਜ ਨਹੀਂ ਹੁੰਦੀ ਤਾਂ ਥਾਣੇ ਵਿੱਚ ਥਾਣੇਦਾਰ ਕੋਲ ਚਲੇ ਜਾਓ। ਜੇ ਉਹ ਵੀ ਤੁਹਾਡੀ ਸੁਣਵਾਈ ਨਹੀਂ ਕਰਦਾ ਤਾਂ ਉਸ ਤੋਂ ਅਗਾਂਹ ਫਲਾਣੇ ਕੋਲ ਚਲੇ ਜਾਓ। ਸਿਰਫ 1% ਤੋਂ ਵੀ ਘੱਟ ਬੰਦਿਆਂ ਨੂੰ ਇਹ ਪਤਾ ਹੁੰਦਾ ਹੈ ਕਿ ਇਹਨਾਂ ਅਖੌਤੀ ਨਿਆਂ ਦੇਣ ਵਾਲੀਆਂ ਸੰਸਥਾਵਾਂ ਵਿੱਚ ਬੰਦੇ ਦੀ ਕਿੰਨੀ ਰਗੜਾਈ ਹੁੰਦੀ ਹੈ। ਉਹਨਾਂ ਵਿੱਚੋਂ ਵੀ ਬਹੁ ਗਿਣਤੀ ਤਾਂ ਮੇਰੇ ਵਰਗੇ ਉਹਨਾਂ ਵਿਅਕਤੀਆਂ ਦੀ ਹੀ ਹੈ ਜਿਨ੍ਹਾਂ ਨੂੰ ਧੱਕੇ ਨਾਲ ਇਹਨਾਂ ਥਾਵਾਂ 'ਤੇ ਘੜੀਸਿਆ ਜਾਂਦਾ ਹੈ। ਦੂਜਾ ਇਹ ਕਿ ਮੈਂ ਹਰ ਇੱਕ ਨੂੰ ਇਹ ਹੀ ਆਖਣਾ ਹੈ ਕਿ ਜੱਜ ਨੇ ਸਾਰੀ ਗਲੀ ਦਾ ਰਿਕਾਰਡ ਤਲਬ ਕਰ ਲਿਆ ਹੈ ਅਤੇ ਅਗਲੀਆਂ 1-2 ਤਰੀਕਾਂ ਵਿੱਚ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵੇਗੀ। ਤੀਜਾ ਇਹ ਕਿ ਹੁਣ ਮੈਂ ਆਪਣੀ ਕੋਈ ਵੀ ਚਿੰਤਾ ਕਿਸੇ ਨਾਲ ਵੀ ਸਾਂਝੀ ਨਹੀਂ ਕਰਨੀ। ਭਾਵੇਂ ਕਿ ਇਹ ਫਾਰਮੂਲਾ ਮੈਂ ਪਹਿਲਾਂ ਵੀ ਅਪਣਾਇਆ ਸੀ, ਪਰ ਮੇਰੀ ਜ਼ੁਬਾਨ ਦੇ ਨਾਲ ਮੇਰੇ ਹਾਵ ਭਾਵ ਮੇਲ ਨਹੀਂ ਖਾਂਦੇ ਹੁੰਦੇ ਸਨ। ਇਸ ਲਈ ਗੱਲ ਸੁਣਨ ਵਾਲਾ ਸਭ ਕੁਝ ਮੇਰੇ ਚਿਹਰੇ ਤੋਂ ਹੀ ਸਮਝ ਜਾਂਦਾ ਸੀ। ਚੌਥਾ ਸਭ ਤੋਂ ਮਹੱਤਵਪੂਰਨ ਕੰਮ ਜਿਹੜਾ ਮੈਂ ਕਰਨਾ ਸੀ ਉਹ ਬੜਾ ਹੀ ਔਖਾ ਸੀ। ਉਹ ਇਹ ਸੀ ਕਿ ਮੈਂ ਆਪਣੇ ਘਰਦਿਆਂ ਨੂੰ ਇਹ ਸਮਝਾਉਣਾ ਹੈ ਕਿ ਮੈਂ ਇਸ ਮਾਮਲੇ ਦੀ ਚਿੰਤਾ ਤੋਂ ਪੂਰੀ ਤਰ੍ਹਾਂ ਬੇਫਿਕਰ ਹੋ ਚੁੱਕਾ ਹਾਂ। ਮੈਨੂੰ ਇਹ ਵੀ ਯਕੀਨ ਸੀ ਕਿ ਮੈਨੂੰ ਬੇਫਿਕਰਾ ਅਤੇ ਬੇਪਰਵਾਹੀ ਵਿੱਚ ਵੇਖ ਕੇ ਉਹਨਾਂ ਦਾ ਅੱਧਾ ਦੁੱਖ ਤਾਂ ਆਪਣੇ ਆਪ ਹੀ ਕੱਟਿਆ ਜਾਣਾ ਹੈ। ਕਿਸ਼ਤ 137ਵੀਂ। ਇੱਕ ਦਿਨ ਮੈਂ ਸ਼ਾਮ ਨੂੰ TV 'ਤੇ ਖਬਰਾਂ ਵੇਖ ਰਿਹਾ ਸਾਂ ਕਿ ਦਰਵਾਜ਼ੇ ਦੀ ਘੰਟੀ ਵੱਜੀ। ਮੈਨੂੰ ਪਤਾ ਨਹੀਂ ਕਿਉਂ ਲੱਗਾ ਕਿ ਇਹ ਘੰਟੀ ਮੇਰੇ ਲਈ ਖਤਰੇ ਦੀ ਘੰਟੀ ਹੈ। ਦਰਵਾਜ਼ਾ ਮੇਰੀ ਮਾਂ ਨੇ ਖੋਲ੍ਹਿਆ ਅਤੇ ਕੁਝ ਪਲਾਂ ਬਾਅਦ ਉਸ ਨੇ ਮੈਨੂੰ ਬਾਹਰ ਆ ਕੇ ਗੱਲ ਸੁਣਨ ਦੀ ਆਵਾਜ਼ ਦੇ ਦਿੱਤੀ। ਜਦ ਮੈਂ ਬਾਹਰ ਗਿਆ ਤਾਂ ਇੱਕ ਢੱਠੀ ਜਿਹੀ ਪੱਗ ਵਾਲਾ ਬੰਦਾ ਆਪਣੇ ਹੱਥ ਵਿੱਚ ਕੁਝ ਕਾਗਜ਼ ਫੜੀ ਖੜਾ ਸੀ ਅਤੇ ਮੈਨੂੰ ਵੇਖਦਿਆਂ ਸਾਰ ਬੋਲਿਆ, ਤੁਹਾਡਾ ਜਪਨਾਮ ਸਿੰਘ ਨਾਲ ਕੋਈ ਝਗੜਾ ਚੱਲਦਾ ਹੋਣਾ, ਇਸ ਲਈ ਉਸਨੇ ਸਾਡੇ ਦਫ਼ਤਰ ਵਿੱਚ ਤੁਹਾਡੇ ਖਿਲਾਫ ਇੱਕ ਸ਼ਿਕਾਇਤ ਕੀਤੀ ਹੈ। ਮੈਂ ਉਸ ਦੇ ਸੰਮਣ ਦੇਣ ਆਇਆ ਹਾਂ, ਇੱਥੇ ਦਸਤਖਤ ਕਰ ਦਿਓ। ਉਸ ਨੇ ਹੱਥ ਵਿਚਲੇ ਕਾਗਜ਼ ਮੇਰੇ ਅੱਗੇ ਕਰ ਦਿੱਤੇ। ਮੈਂ ਦਸਤਖਤ ਕਰਕੇ ਬਿਨਾਂ ਪੜ੍ਹੇ ਹੀ ਉਹ ਕਾਗਜ਼ ਫੜ ਲਏ ਅਤੇ ਉਸ ਬੰਦੇ ਨੂੰ ਚਾਹ ਪਾਣੀ ਦੀ ਸੁਲਾਹ ਮਾਰੀ, ਪਰ ਉਸ ਨੇ ਆਪਣੀ ਅੱਗੇ ਜਾਣ ਦੀ ਮਜਬੂਰੀ ਦੱਸ ਕੇ ਤੁਰ ਜਾਣ ਦੀ ਕੀਤੀ। ਮੈਂ ਬੂਹੇ ਨੂੰ ਭੇਟਦਿਆਂ ਉਸ ਸਰਕਾਰੀ ਪੱਤਰ ਨੂੰ ਪੜ੍ਹਨ ਲੱਗ ਪਿਆ। ਜਿਉਂ-ਜਿਉਂ ਮੈਂ ਉਸ ਪੱਤਰ ਨੂੰ ਪੜ੍ਹਦਾ ਗਿਆ, ਮੇਰੇ ਚਿਹਰੇ ਦਾ ਰੰਗ ਉਤਰਦਾ ਗਿਆ ਅਤੇ ਮੇਰੇ ਹੱਥ ਪਹਿਲਾਂ ਦੀ ਤਰ੍ਹਾਂ ਕੰਬਣੇ ਸ਼ੁਰੂ ਹੋ ਗਏ। ਇਹ ਸੰਮਣ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਦਫ਼ਤਰੋਂ ਜਾਰੀ ਹੋਏ ਸਨ, ਕਿਉਂਕਿ ਜਪਨਾਮ ਨੇ ਸ਼ਿਕਾਇਤ ਕੀਤੀ ਸੀ ਕਿ ਮੈਂ ਜਿਸ ਜਗ੍ਹਾ ਦੀ ਰਜਿਸਟਰੀ ਕਰਵਾਈ ਹੈ ਉਹ ਉਸ ਇਲਾਕੇ ਵਿੱਚ ਚੱਲ ਰਹੇ ਅਸਲ ਰੇਟ ਤੋਂ ਬਹੁਤ ਹੀ ਘੱਟ ਕੀਮਤ 'ਤੇ ਕਰਵਾਈ ਸੀ। ਇਹ ਰਜਿਸਟਰੀ ਕਰਵਾਉਣ ਨਾਲ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗਾ ਹੈ, ਇਸ ਲਈ ਮੇਰੇ 'ਤੇ ਕੇਸ ਦਰਜ ਕੀਤਾ ਜਾਣਾ ਬਣਦਾ ਹੈ। ਸਬੰਧਤ ਅਧਿਕਾਰੀ ਨੇ ਮੈਨੂੰ ਆਪਣਾ ਪੱਖ ਰੱਖਣ ਲਈ 1 ਹਫ਼ਤੇ ਦਾ ਸਮਾਂ ਦਿੱਤਾ ਸੀ। ਮੇਰੀ ਇਹ ਨਕਲੀ ਮਾਨਸਿਕ ਖੁਸ਼ੀ 2 ਦਿਨ ਹੀ ਮੇਰੀ ਮਹਿਮਾਨ ਬਣ ਕੇ ਰਹਿ ਸਕੀ ਸੀ। ਇਸ ਨਵੇਂ ਪ੍ਰੇਮ ਪੱਤਰ ਨੇ ਮੇਰੀ ਪਿਛਲੇ 2 ਦਿਨਾਂ ਵਿੱਚ ਬਣਾਈ ਹੋਈ ਟੌਰ ਦੀ ਫੂਕ ਕੱਢ ਕੇ ਰੱਖ ਦਿੱਤੀ। ਆਪਣੇ ਘਰਦਿਆਂ ਦੇ ਸਾਹਮਣੇ ਆਪਣੇ ਆਪ ਨੂੰ ਮਜ਼ਬੂਤ ਵਿਖਾਉਣ ਵਾਲੇ ਬੰਦੇ ਦਾ ਮਨੋਬਲ ਇੱਕਦਮ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਿਆ ਸੀ। ਮੈਂ 3 ਦਿਨ ਪਹਿਲਾਂ ਵਾਲੀ ਉਸ ਸਥਿਤੀ ਵਿੱਚ ਹੀ ਪੁੱਜ ਚੁੱਕਾ ਸਾਂ। ਫੋਕੀਆਂ ਅਤੇ ਨਕਲੀ ਟੌਰਾਂ ਅੱਕ ਦੇ ਫੰਬੇ ਵਾਂਗ ਉੱਡ ਪੁੱਡ ਗਈਆਂ ਸਨ। ਮੈਂ ਜਿਸ ਕਿਸੇ ਨੂੰ ਵੀ
ਆਪਣੀ ਇਸ ਨਵੀਂ ਮੁਸੀਬਤ ਬਾਰੇ ਫੋਨ ਕਰਕੇ ਦੱਸਿਆ ਤਾਂ ਕਿਸੇ ਵਿੱਚ ਵੀ ਇਹ ਹਿੰਮਤ ਨਹੀਂ ਸੀ ਕਿ ਉਹ ਮੈਨੂੰ ਹੌਸਲਾ ਦੇ ਸਕੇ। ਸਗੋਂ ਇਹ ਹੀ ਆਖ ਦਿੰਦਾ ਸੀ ਕਿ ਉਹਨਾਂ ਨੇ ਇਹ ਬੜੀ ਮਾੜੀ ਗੱਲ ਕੀਤੀ ਹੈ। ਹੁਣ ਮੈਨੂੰ ਪੱਕਾ ਯਕੀਨ ਵੀ ਹੋਣ ਲੱਗ ਪਿਆ ਸੀ ਕਿ ਇਸ ਮਸਲੇ ਦੇ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਣ ਕਾਰਨ ਉਹ ਮੈਨੂੰ ਫਸਾ ਕੇ ਹੀ ਸਾਹ ਲੈਣਗੇ। ਕਿਸ਼ਤ 138ਵੀਂ। ਕਾਫੀ ਦੇਰ ਅੰਦਰੋਂ ਅੰਦਰੀ ਆਪਣੇ ਦੁਸ਼ਮਣਾਂ 'ਤੇ ਉਬਾਲੇ ਖਾਂਦੇ ਨੂੰ ਖਿਆਲ ਆਇਆ ਕਿ ਇਸ ਵਿਸ਼ੇ ਬਾਰੇ ਆਪਣੇ ਵਕੀਲ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ। ਮੈਂ ਵਕੀਲ ਨੂੰ ਫੋਨ ਮਿਲਾ ਕੇ ਸਾਰੀ ਗੱਲ ਦੱਸੀ ਤਾਂ ਉਸ ਨੇ ਇਸ ਕੇਸ ਨੂੰ ਮਾਮੂਲੀ ਜਿਹਾ ਅਤੇ ਤੱਥਾਂ ਤੋਂ ਰਹਿਤ ਦੱਸਿਆ। ਉਹ ਆਖਣ ਲੱਗਾ, ਤੈਨੂੰ ਨੋਟਿਸ ਭੇਜਣ ਵਾਲੇ ADC ਦਾ ਰਿਕਾਰਡ ਚੈੱਕ ਕਰਵਾ ਲੈ। ਉਸ ਨੇ ਵੀ ਕਲੈਕਟਰ ਰੇਟ 'ਤੇ ਹੀ ਆਪਣੇ ਘਰ ਦੀ ਰਜਿਸਟਰੀ ਕਰਵਾਈ ਹੋਵੇਗੀ। ਇਹ ਤਾਂ ਐਵੇਂ ਗਿੱਦੜ ਭਵਕੀਆਂ ਨੇ, ਘਬਰਾ ਨਾ। ਵਕੀਲ ਦੀ ਗੱਲ ਤੋਂ ਮੈਨੂੰ ਕੁਝ ਹੌਸਲਾ ਤਾਂ ਜ਼ਰੂਰ ਮਿਲਿਆ, ਪਰ ਮਨ ਅੰਦਰ ਇੱਕ ਡਰ ਵੀ ਸੀ ਕਿ ਉਹ ਤਾਂ ਆਖਦਾ ਸੀ ਕਿ ਵਿਰੋਧੀਆਂ ਦੇ ਕੇਸ ਵਿੱਚ ਭੋਰਾ ਵੀ ਦਮ ਨਹੀਂ ਹੈ ਤੇ ਤੂੰ ਜਿੱਤਿਆ ਹੀ ਪਿਆ ਹੈ, ਤੇ ਅਗਲੇ ਸਟੇ ਲੈ ਕੇ ਬੈਠ ਗਏ ਨੇ। ਸਟੇ ਵੀ ਪਤਾ ਨਹੀਂ ਕਿੰਨਾ ਚਿਰ ਲੰਬਾ ਚੱਲੇਗਾ, 7-8 ਸਾਲ ਜਾਂ ਇਸ ਤੋਂ ਵੀ ਲੰਬਾ। ਵਕੀਲ ਤੋਂ ਬਿਨਾਂ ਕਿਸੇ ਨੇ ਵੀ ਮੈਨੂੰ ਹੌਸਲਾ ਦੇਣ ਵਾਲੀ ਗੱਲ ਨਹੀਂ ਸੀ ਕੀਤੀ। ਮੈਂ ਆਪਣੇ ਆਪ ਨੂੰ ਇੱਕ ਬੜਾ ਵੱਡਾ ਚੋਰ ਸਮਝਣ ਲੱਗ ਪਿਆ ਸਾਂ। ਹੁਣ ਇਸ ਜਾਲ ਵਿੱਚ ਫਸ ਜਾਣਾ ਤਾਂ ਯਕੀਨੀ ਹੀ ਸੀ, ਕਿਉਂਕਿ ਮੈਨੂੰ ਤਾਂ ਫਸਾਇਆ ਵੀ ਇੱਕ ਪੁਲਿਸ ਵਾਲੇ ਦੁਆਰਾ ਗਿਆ ਸੀ। ਪੁਲਿਸ ਵਾਲੇ ਇੰਨੇ ਕਮਲੇ ਵੀ ਨਹੀਂ ਹੁੰਦੇ ਕਿ ਉਹ ਐਵੇਂ ਹਵਾ ਵਿੱਚ ਹੀ ਤੀਰ ਮਾਰੀ ਜਾਣ। ਇਸ ਲਈ ਉਹਨਾਂ ਨੇ ਠੀਕ ਜਗ੍ਹਾ 'ਤੇ ਹੀ ਨਿਸ਼ਾਨਾ ਸੇਧਿਆ ਸੀ। ਮਨ ਵਿੱਚ ਆਉਣ ਲੱਗ ਪਿਆ ਕਿ ਦੁਨੀਆ ਭਾਵੇਂ ਲੱਖ ਦਰਜੇ ਦੀ ਚੋਰ ਹੋਵੇ, ਪਰ ਇੱਥੇ ਚੋਰ ਤਾਂ ਉਸ ਨੂੰ ਹੀ ਮੰਨਿਆ ਜਾਂਦਾ ਹੈ ਜਿਹੜਾ ਫੜਿਆ ਜਾਵੇ ਤੇ ਸਜ਼ਾ ਹੋ ਜਾਵੇ। ਹੁਣ ਕੀਤਾ ਵੀ ਕੀ ਜਾ ਸਕਦਾ ਸੀ। ਰਜਿਸਟਰੀ ਸਰਕਾਰੀ ਤੌਰ 'ਤੇ ਤੈਅ ਕੀਤੀ ਕੀਮਤ ਦੇ ਮੁਤਾਬਕ ਹੋਈ ਸੀ, ਅਸਲ ਕੀਮਤ 'ਤੇ ਨਹੀਂ। ਵਕੀਲ ਮੁਤਾਬਕ ਤਾਂ ਭਾਵੇਂ ਇਸ ਹਮਾਮ ਵਿੱਚ ਸਾਰੇ ਨੰਗੇ ਹਨ, ਪਰ ਵਿਰੋਧੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਅਨੁਸਾਰ ਮੇਰੇ ਸਿਰ ਦੋਸ਼ ਥੱਪਿਆ ਜਾ ਚੁੱਕਾ ਸੀ। ਆਧੁਨਿਕ ਗੀਤਾ ਦਾ ਉਪਦੇਸ਼ ਦੇਣ ਵਾਲਾ ਮੇਰਾ ਵੱਡਾ ਭਰਾ ਵੀ ਮੈਨੂੰ ਇਸ ਮੁੱਦੇ 'ਤੇ ਚਿੰਤਤ ਦਿਸਿਆ। ਉਸ ਨੇ ਆਪਣੇ ਸਾਰੇ ਭਰੋਸੇਯੋਗ ਵਸੀਲਿਆਂ ਤੋਂ ਇਸ ਕੇਸ ਬਾਰੇ ਜਾਣਕਾਰੀ ਲੈਣੀ ਆਰੰਭ ਕਰ ਦਿੱਤੀ। ਜਾਣਕਾਰਾਂ ਮੁਤਾਬਕ ਇਸ ਮਾਮਲੇ ਵਿੱਚ ਹਰ ਕੋਈ ਚੋਰ ਸੀ ਤੇ ਅੱਜ ਵੀ ਹੈ, ਇਸ ਲਈ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ। ਜਦ ਸਰਕਾਰ ਦੇ ਨਿਸ਼ਚਿਤ ਕੀਤੇ ਨਿਯਮਾਂ ਮੁਤਾਬਕ ਰਜਿਸਟਰੀ ਹੋਈ ਹੈ ਤਾਂ ਇਸ ਵਿੱਚ ਘਬਰਾਉਣ ਵਾਲੀ ਕਿਹੜੀ ਗੱਲ ਹੈ। ਜਦ ਸਾਨੂੰ ਸਰਕਾਰ ਨੇ ਆਪਣੇ ਵੱਲੋਂ ਤੈਅ ਕੀਤੇ ਹੋਏ ਭਾਅ ਮੁਤਾਬਕ ਰਜਿਸਟਰੀ ਕਰਵਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ ਤੇ ਅਸੀਂ ਉਹਨਾਂ ਮੁਤਾਬਕ ਕਰਵਾ ਲਈ ਹੈ, ਤਾਂ ਫਿਰ ਇਸ ਵਿੱਚ ਚੋਰੀ ਕੀ ਹੋਈ। ਸ਼ਹਿਰ ਕੀ ਸੂਬੇ ਦੀ ਹਰ ਜਾਇਦਾਦ ਦੀ ਰਜਿਸਟਰੀ ਹੀ ਸਰਕਾਰੀ ਕੀਮਤ ਮੁਤਾਬਕ ਹੁੰਦੀ ਹੈ, ਇਸ ਲਈ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਕਿਸ਼ਤ 139ਵੀਂ। ਸਾਰੇ ਪਰਿਵਾਰਕ ਜੀਆਂ ਦੇ ਮਨਾਂ ਅੰਦਰ ਇਹ ਡਰ ਸੀ ਕਿ ਭਾਵੇਂ ਇਹ ਮਕਾਨ ਸਰਕਾਰੀ ਨਿਯਮਾਂ ਮੁਤਾਬਕ ਹੀ ਖਰੀਦਿਆ ਗਿਆ ਸੀ, ਪਰ ਜਦ ਦੂਜੀ ਧਿਰ ਦੁਆਰਾ ਆਪਣੀ ਰਜਿਸਟਰੀ ਵਿਚਲੀ ਜਗ੍ਹਾ ਨੂੰ ਅਦਾਲਤ ਵਿੱਚ ਸ਼ੱਕੀ ਸਾਬਤ ਕਰਕੇ ਸਟੇ ਲਿਆ ਜਾ ਸਕਦਾ ਹੈ, ਤਾਂ ਇਸ ਮਸਲੇ ਵਿੱਚ ਵੀ ਸਾਡਾ ਫਸਣਾ ਜਾਂ ਫਿਰ ਮਾਮਲੇ ਵਿੱਚ ਲੰਮੀਆਂ ਤਰੀਕਾਂ ਭੁਗਤਣਾ ਤੈਅ ਹੈ। ਭਾਵੇਂ ਕਿ ਸਾਨੂੰ ਕਈ ਮਾਹਿਰ ਬੰਦਿਆਂ ਨੇ ਤਸੱਲੀ ਦਿੰਦਿਆਂ ਹੌਸਲਾ ਦਿੱਤਾ ਸੀ, ਪਰ ਇਸ ਨਵੇਂ ਮਸਲੇ ਦੇ ਉੱਠਣ ਕਾਰਨ ਸਾਡਾ ਕਿਸੇ 'ਤੇ ਵੀ ਮਨ ਟਿਕ ਨਹੀਂ ਸੀ ਰਿਹਾ। ਅਗਲੇ ਦਿਨ ਮੈਂ ਸਕੂਲੋਂ ਛੁੱਟੀ ਲੈ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਸਬੰਧਤ ਦਫ਼ਤਰ ਵਿੱਚ ਜਾ ਆਪਣੀ ਜਾਣ ਪਹਿਚਾਣ ਵਾਲੇ ਇਕੱਲੇ ਨੂੰ ਮਿਲ ਕੇ ਇਸ ਕੇਸ ਦੇ ਹਰ ਪਹਿਲੂ ਬਾਰੇ ਵਿਚਾਰ ਚਰਚਾ ਕੀਤੀ। ਸਾਰੇ ਹੀ ਸਾਨੂੰ ਤਸੱਲੀ ਤਾਂ ਦੇ ਰਹੇ ਸਨ, ਪਰ ਅੰਤ ਵਿੱਚ ਆਖ ਦਿੰਦੇ ਸਨ, ਭਾਈ ਮੌਕੇ ਦੇ ਅਫਸਰ ਦਾ ਕੀ ਭਰੋਸਾ ਹੁੰਦਾ, ਜੇ ਉਸ ਦੇ ਮਨ ਨੂੰ ਜਚ ਗਿਆ
ਤਾਂ ਉਹ ਗਧੇ ਨੂੰ ਵੀ ਘੋੜਾ ਆਖ ਜਾਂਦਾ ਹੈ, ਤੇ ਜੇ ਨਹੀਂ ਜੱਚਦਾ ਤਾਂ ਘੋੜੇ ਨੂੰ ਵੀ ਗਧਾ ਲਿਖ ਜਾਂਦਾ ਹੈ। ਮੇਰੇ ਇੱਕ ਜਾਣੂ ਨੇ ਕਿਹਾ ਸੀ, ਹੋਰ ਕੁਝ ਨਹੀਂ ਹੁੰਦਾ, ਇਹ ਤੈਨੂੰ ਗਧੀ ਗੇੜ ਵਿੱਚ ਬਹੁਤ ਚਿਰ ਪਾਈ ਰੱਖਣਗੇ। ਉਸ ਦੀ ਗੱਲ ਸੁਣ ਕੇ ਉੱਥੇ ਬੈਠਾ ਇੱਕ ਅਨੋਬੜ ਜਿਹਾ ਆਪਣੀ ਹੀ ਕਹਾਣੀ ਸੁਣਾ ਗਿਆ ਸੀ। ਉਹ ਭਾਈ, ਫਿਰ ਤਾਂ ਇਹ ਉਹ ਗੱਲ ਹੋਈ ਕਿ ਇੱਕ ਵਾਰ ਜੰਗਲ ਵਿੱਚ ਇੱਕ ਮੱਝ ਭੱਜੀ ਜਾ ਰਹੀ ਸੀ। ਭੱਜੀ ਜਾਂਦੀ ਨੂੰ ਵੇਖ ਕੇ ਚੂਹਾ ਪੁੱਛਣ ਲੱਗਾ ਕਿ ਉਹ ਕਿਉਂ ਭੱਜੀ ਜਾ ਰਹੀ ਹੈ। ਮੱਝ ਨੇ ਜਵਾਬ ਦਿੱਤਾ ਕਿ ਜੰਗਲ ਵਿੱਚ ਛਾਪਾ ਪਿਆ ਹੋਇਆ ਹੈ ਤੇ ਪੁਲਿਸ ਵਾਲੇ ਹਾਥੀ ਨੂੰ ਗ੍ਰਿਫਤਾਰ ਕਰਨ ਆਏ ਹੋਏ ਨੇ। ਜੇ ਉਹ ਨਾ ਮਿਲਿਆ ਤਾਂ ਮੇਰਾ ਰੰਗ ਉਸ ਦੇ ਨਾਲ ਮਿਲਦਾ ਜੁਲਦਾ ਹੋਣ ਕਰਕੇ ਉਹਨਾਂ ਨੇ ਮੈਨੂੰ ਹੀ ਫੜ ਕੇ ਲੈ ਜਾਣਾ। ਤੇ ਆਪਣੇ ਇਸ ਜੰਗਲ ਦੇ ਕਾਨੂੰਨ ਦਾ ਤਾਂ ਪਤਾ ਹੀ ਆ ਸਭ ਨੂੰ ਕਿ ਕਈ ਸਾਲ ਤਾਂ ਜ਼ਮਾਨਤ ਹੀ ਨਹੀਂ ਹੋਣੀ। ਸੋ ਮੈਂ ਸੋਚਿਆ ਕਿ ਬਚਾ ਹੀ ਚੰਗਾ। ਬਾਕੀ ਸਭ ਤਸੱਲੀ ਦੇਣ ਵਾਲੀਆਂ ਗੱਲਾਂ ਨਾਲੋਂ ਮੈਨੂੰ ਘੋੜੇ ਤੇ ਗਧੇ ਵਾਲੀ ਗੱਲ ਜ਼ਿਆਦਾ ਹੀ ਤਰਕਪੂਰਨ ਲੱਗਦੀ ਸੀ, ਕਿਉਂਕਿ ਅਸੀਂ ਪੁਲਿਸ ਅਫਸਰਾਂ ਕੋਲ ਘੋੜੇ ਨੂੰ ਘੋੜਾ ਸਾਬਤ ਕਰਨ ਵਿੱਚ ਅਸਫਲ ਰਹੇ ਸਾਂ ਤੇ ਉਹ ਸਾਡੇ ਘੋੜੇ ਨੂੰ ਕਾਗਜ਼ਾਂ ਵਿੱਚ ਗਧਾ ਹੀ ਲਿਖੀ ਜਾਂਦੇ ਸਨ। ਚਿੰਤਾਵਾਂ ਤੇ ਦੁੱਖਾਂ ਨੇ ਕੁਝ ਦਿਨ ਦੂਰ ਰਹਿਣ ਤੋਂ ਬਾਅਦ ਫਿਰ ਸਾਡੇ ਘਰ ਵਿੱਚ ਡੇਰਾ ਲਾ ਲਿਆ ਸੀ। ਇੱਕ ਪਾਸੇ ਵਾਲੇ ਮੁਕੱਦਮੇ ਬਾਰੇ ਸੋਚ ਕੇ ਹਟਦਾ ਸਾਂ ਤਾਂ ਦੂਜੇ ਦੀ ਚਿੰਤਾ ਸ਼ੁਰੂ ਹੋ ਜਾਂਦੀ ਸੀ, ਤੇ ਜੇ ਦੂਜੇ ਬਾਰੇ ਕੁਝ ਕਰਨ ਲੱਗਦਾ ਸਾਂ ਤਾਂ ਤੀਜਾ ਬਾਹਾਂ ਅੱਡੀ ਮੇਰੇ ਸਾਹਮਣੇ ਆ ਖੜ ਜਾਂਦਾ ਸੀ। ਮੈਂ ਫਿਰ ਨਿਰਾਸ਼ਾ ਦੇ ਆਲਮ ਵਿੱਚ ਪੁੱਜ ਗਿਆ ਸਾਂ। ਕਿਸ਼ਤ 140ਵੀਂ। ਇੱਕ ਦਿਨ ਸ਼ਾਮ ਨੂੰ ਰੁਕ ਰੁਕ ਕੇ ਮੀਂਹ ਪੈ ਰਿਹਾ ਸੀ ਤੇ ਮੌਸਮ ਬੜਾ ਹੀ ਖੁਸ਼ਗਵਾਰ ਬਣ ਗਿਆ ਸੀ। ਯਾਦਵਿੰਦਰ ਨੇ ਮੇਰੇ ਨਾਲ ਗੱਲਾਂ ਬਾਤਾਂ ਕਰਨ ਲਈ ਮੈਨੂੰ ਫੋਨ ਕਰਕੇ ਆਪਣੇ ਘਰ ਬੁਲਾ ਲਿਆ। ਮੇਰੀਆਂ ਗੱਲਾਂ ਵਿੱਚ ਨਿਰਾਸ਼ਾ ਜਿਹੀ ਵੇਖ ਕੇ ਉਹ ਬੋਤਲ ਚੁੱਕ ਲਿਆਇਆ ਤੇ ਆਖਣ ਲੱਗਾ, ਛੱਡ ਟੈਨਸ਼ਨ ਤੇ ਸੋਹਣੇ ਮੌਸਮ ਦਾ ਆਨੰਦ ਮਾਣ। ਅਸੀਂ ਪੈਗ ਲਾਉਂਦੇ ਹੋਏ ਇਸ ਕੇਸ ਬਾਬਤ ਗੱਲਾਂ ਵੀ ਕਰਦੇ ਰਹੇ। 3 ਪੈਗ ਪੀਤੇ ਸਨ ਕਿ ਉਹ ਸਟੋਰ ਵੱਲ ਨੂੰ ਗਿਆ ਤੇ ਆਉਂਦਾ ਹੀ ਆਖਣ ਲੱਗਾ, ਚੱਲ ਯਾਰ, ਅੱਜ ਇੱਕ ਰਹਿੰਦਾ ਜ਼ਰੂਰੀ ਕੰਮ ਵੀ ਕਰ ਹੀ ਆਈਏ। ਪਹਿਲਾਂ ਤਾਂ ਮੇਰਾ ਉੱਠਣ ਨੂੰ ਦਿਲ ਨਹੀਂ ਸੀ ਕਰ ਰਿਹਾ, ਪਰ ਉਸ ਦੇ ਦੁਬਾਰਾ ਆਖਣ ਤੇ ਮੈਂ ਉਸ ਨਾਲ ਜਾਣ ਦੀ ਹਾਮੀ ਭਰ ਦਿੱਤੀ। ਬਾਹਰ ਕਾਫੀ ਹਨੇਰਾ ਹੋ ਚੁੱਕਾ ਸੀ। ਕਿਣਮਿਣ ਕਾਰਨ ਪਾਣੀ ਅਤੇ ਗਾਰਾ ਹੋਣ ਕਰਕੇ ਗਲੀ ਵਿੱਚ ਕੋਈ ਵੀ ਨਹੀਂ ਸੀ। ਉਹ ਰਾਹ ਵਿੱਚ ਮੈਨੂੰ ਦੱਸਣ ਲੱਗ ਪਿਆ, ਅੱਜ ਆਪਾਂ ਗੁਰਨੇਕ ਦੇ ਘਰ ਦੀ ਮਿਣਤੀ ਕਰਨੀ ਹੈ। ਮੈਂ ਜਿਵੇਂ ਆਖਾਂਗਾ ਤੂੰ ਉਵੇਂ ਹੀ ਕਰਨਾ। ਸਰੂਰ ਵਿੱਚ ਆਏ ਹੋਏ ਮੈਂ ਹਾਮੀ ਭਰ ਦਿੱਤੀ। ਉਸ ਦੇ ਦੱਸੇ ਮੁਤਾਬਕ ਮੈਂ ਫੀਤੇ ਦਾ ਇੱਕ ਸਿਰਾ ਫੜ ਕੇ ਗੁਰਨੇਕ ਦੇ ਘਰ ਦੇ ਇੱਕ ਕੋਨੇ 'ਤੇ ਖੜ ਗਿਆ ਤੇ ਯਾਦਵਿੰਦਰ ਬੜੀ ਤੇਜ਼ੀ ਨਾਲ ਫੀਤਾ ਖਿੱਚਦਾ ਹੋਇਆ ਉਸ ਦੇ ਘਰ ਦੇ ਦੂਜੇ ਕੋਨੇ 'ਤੇ ਪੁੱਜ ਗਿਆ ਤੇ ਜਿੱਥੋਂ ਤੱਕ ਉਸ ਦੀ ਕੰਧ ਸੀ ਉਸ ਨੇ ਉੱਥੋਂ ਫੀਤਾ ਫੜ ਲਿਆ। ਜਦ ਅਸੀਂ ਮੋਬਾਈਲ ਦਾ ਚਾਨਣ ਕਰਕੇ ਵੇਖਿਆ ਤਾਂ ਉਸ ਦੇ ਘਰ ਦਾ ਇਹ ਪਾਸਾ 64 ਫੁੱਟ ਸੀ। ਹੌਸਲੇ ਵਿੱਚ ਅਸੀਂ ਉਸ ਦੇ ਘਰ ਦਾ ਦੂਜਾ ਪਾਸਾ ਵੀ ਮਿਣ ਲਿਆ। ਇਹ 42 ਫੁੱਟ ਤੋਂ ਕੁਝ ਵੱਧ ਸੀ। ਬਣ ਗਈ ਗੱਲ ਹੁਣ ਤਾਂ। ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ ਸੀ। ਸਾਡੇ ਲਈ ਇਹ ਬੜੀ ਵੱਡੀ ਖੁਸ਼ੀ ਦੀ ਗੱਲ ਸੀ, ਕਿਉਂਕਿ ਗੁਰਨੇਕ ਦੁਆਰਾ ਅਦਾਲਤ ਵਿੱਚ ਪੇਸ਼ ਕੀਤੇ ਨਕਸ਼ੇ ਵਿੱਚ ਉਸ ਨੇ ਆਪਣੇ ਘਰ ਦੀ ਲੰਬਾਈ ਤੇ ਚੌੜਾਈ 60 ਤੇ 40 ਫੁੱਟ ਲਿਖਵਾਈ ਸੀ। ਇਸ ਦਾ ਸਿੱਧਾ ਤੇ ਸਪਸ਼ਟ ਮਤਲਬ ਇਹ ਸੀ ਕਿ ਉਸ ਨੇ ਆਪਣੇ ਦੁਆਰਾ ਨੱਪੀ ਗਈ ਜਗ੍ਹਾ ਨੂੰ ਨਕਸ਼ੇ ਵਿੱਚ ਨਹੀਂ ਸੀ ਦਰਸਾਇਆ ਤੇ ਇੱਕ ਗਲਤ ਨਕਸ਼ਾ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ ਤਾਂ ਜੋ ਉਹ ਸਾਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਸਕੇ। ਸਾਡੇ ਲਈ ਖੁਸ਼ੀ ਦੀ ਗੱਲ ਇਹ ਵੀ ਸੀ ਕਿ ਇਸ ਤਰ੍ਹਾਂ ਗਲਤ ਦਸਤਾਵੇਜ਼ ਤਿਆਰ ਕਰਨ ਅਤੇ ਅਦਾਲਤ ਵਿੱਚ ਪੇਸ਼ ਕਰਨ ਦਾ ਕੇਸ ਵੀ ਉਸ ਉੱਤੇ ਦਰਜ ਹੋ ਜਾਵੇਗਾ। ਕਾਫੀ ਦੇਰ ਤੱਕ ਅਸੀਂ ਇਸ ਬਾਬਤ ਸਲਾਹ ਮਸ਼ਵਰਾ ਕਰਦੇ ਰਹੇ। ਮੈਂ ਯਾਦਵਿੰਦਰ ਨੂੰ ਹਾਸੇ ਵਿੱਚ ਆਖਿਆ, ਯਾਰ, ਦਾਰੂ ਪੀ ਕੇ ਤੇਰਾ ਦਿਮਾਗ ਕੁਝ ਜ਼ਿਆਦਾ ਹੀ ਨਹੀਂ ਚੱਲਣ ਲੱਗ ਪੈਂਦਾ। ਉਸ ਨੇ ਵੀ ਉਸੇ ਅੰਦਾਜ਼ ਵਿੱਚ ਜਵਾਬ ਦਿੱਤਾ,
ਇਹ ਸਭ ਕੁਝ ਤਾਂ ਮੈਂ ਸਵੇਰ ਦਾ ਹੀ ਸੋਚੀ ਬੈਠਾ ਸੀ ਕਿ ਇਹ ਕੰਮ ਅੱਜ ਕਰਨਾ ਹੀ ਕਰਨਾ ਹੈ। ਭਾਵੇਂ ਯਾਰ ਇਹੋ ਜਿਹੇ ਕੰਮ ਆਪਣੇ ਸੁਭਾਅ ਦਾ ਹਿੱਸਾ ਤਾਂ ਨਹੀਂ, ਪਰ ਇਹ ਬੰਦਾ ਆਪਾਂ ਨੂੰ ਮਜਬੂਰ ਹੀ ਇੰਨਾ ਕਰੀ ਜਾ ਰਿਹਾ, ਤਾਂ ਹੁਣ ਦੱਸ ਆਪਾਂ ਕਰ ਵੀ ਕੀ ਸਕਦੇ ਹਾਂ। ਆਪਾਂ ਨੂੰ ਵੀ ਕੋਈ ਨਾ ਕੋਈ ਬ੍ਰਹਮ ਅਸਤਰ ਤਾਂ ਤਿਆਰ ਕਰਨਾ ਹੀ ਪੈਣਾ ਸੀ। ਉਸ ਦਿਨ ਦੀ ਪੀਤੀ ਹੋਈ ਦਾਰੂ ਕਾਰਨ ਹੀ ਅਸੀਂ ਦਲੇਰੀ ਫੜ ਕੇ ਆਪਣੇ ਵਿਰੋਧੀ ਦਾ ਘਰ ਇੰਚ ਇੰਚ ਤੱਕ ਨਾਪ ਆਏ ਸਾਂ।